ਆਪਣੇ ਬੱਚੇ ਦੀ ਵਡਿਆਈ ਹੋਵੇ, ਤਾਰੀਫ ਹੋਵੇ, ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ। ਜਦੋਂ ਕੋਈ ਬੱਚਾ ਪਾਸ ਕਰ ਜਾਂਦਾ ਕੋਈ ਐਗਜ਼ਾਮ, ਆਪਾਂ ਉਦੋਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਫਿਰ ਕਿੰਨਿਆਂ ਨੂੰ ਦੱਸਦੇ ਹਾਂ ਵੀ ਸਾਡੇ ਬੱਚੇ ਨੇ ਫਲਾਨਾ ਐਗਜ਼ਾਮ ਜਿਹੜਾ ਉਹ ਚੰਗੇ ਨੰਬਰਾਂ ਦੇ ਨਾਲ ਪਾਸ ਕਰ ਲਿਆ। ਇਸੇ ਤਰ੍ਹਾਂ ਜਦੋਂ ਰੱਬ ਦੇ ਪਿਆਰੇ ਦੀ ਸ਼ੋਭਾ ਹੁੰਦੀ ਆ, ਵਡਿਆਈ ਹੁੰਦੀ ਆ, ਇਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹਨ ਉਹ ਵਾਹਿਗੁਰੂ ਜੀ ਦੇ ਬੱਚੇ ਹਨ। ਰਹੋ ਵਿਚਾਰ। ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੀਰ ਰਸੀ ਜੀਵਨ ਕਿਉਂ, ਉਹਨਾਂ ਨੇ ਬੀਰ ਰਸੀ ਜੀਵਨ ਕਿਉਂ ਧਾਰਨ ਕੀਤਾ। ਜੋ ਕੁਝ ਆਪਾਂ ਗਾਹੇ ਬਗਾਹੇ ਸੁਣਦੇ ਰਹਿੰਦੇ ਹਾਂ, 2 ਤਲਵਾਰਾਂ ਧਾਰਨ ਕਰ ਲਈਆਂ, ਘੋੜੇ ਦੀ ਸਵਾਰੀ ਕਰਨ ਲੱਗ ਪਏ, ਸ਼ਿਕਾਰ ਖੇਡਣ ਵਾਸਤੇ ਜਾਣ ਲੱਗ ਪਏ, ਫੌਜਾਂ ਰੱਖ ਲਈਆਂ, ਨੌਜਵਾਨਾਂ ਨੂੰ ਕਿਹਾ ਵੀ ਵਰਜਿਸ਼ਾਂ ਕਰੋ, ਕਸਰਤਾਂ ਕਰੋ, ਸਰੀਰ ਬਣਾਓ, ਚੰਗੀਆਂ ਜਵਾਨੀਆਂ ਸਾਡੀ ਭੇਟਾ ਕਰੋ, ਆਪਾਂ ਫੌਜ ਤਿਆਰ ਕਰੀਏ। ਇਹ ਸਾਰਾ ਕੁਝ ਬੀਰ ਰਸੀ ਜੀਵਨ ਕਿਉਂ। ਸ਼ਾਂਤੀ ਸਰੋਵਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਰੀਰ 'ਤੇ ਇਹ ਕਹਿਰ ਲੰਘ ਗਿਆ। ਗੁਰੂ ਸਾਹਿਬ ਜੀ ਦੇ ਉੱਤੇ ਬਹੁਤ ਕਹਿਰ ਕੀਤਾ ਜ਼ਾਲਮਾਂ ਨੇ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉੱਪਰ ਬਹੁਤ ਤਸ਼ੱਦਦ, ਬਹੁਤ ਜ਼ੁਲਮ ਹੋਇਆ। ਦੀਨ ਦੇ ਹਾਦੀ ਨੇ ਧਰਮ ਸ਼ਾਂਤੀ ਨਾਲ ਝੱਲ ਲਿਆ। ਉਹਨਾਂ ਨੇ ਇਹ ਬਚਨ ਕੀਤਾ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹਨਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਉਹ ਪੂਰਨ ਪੁਰਖ ਸਨ, ਆਪਣੇ ਆਦਰਸ਼ ਦੇ ਆਪ ਨਿਭਾਊ ਸਨ। ਪਰ ਸਾਰੀ ਉਮਤ ਇਸ ਦਰਜੇ ਦੀ ਨਹੀਂ ਹੋ ਸਕਦੀ ਕਿ ਤਸੀਹੇ ਸਹੇ ਤੇ ਅਸੂਲ ਨਾ ਹਾਰੇ ਤੇ ਸੱਚ ਹੱਥੋਂ ਨਾ ਦੇ। ਇਹ ਗੱਲ ਸਾਰਿਆਂ ਦੇ ਉੱਤੇ ਲਾਗੂ ਨਹੀਂ ਸੀ ਹੋ ਸਕਦੀ। ਜਿਵੇਂ ਦਾ ਭਾਣਾ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਮੰਨਿਆ ਸੀ, ਇਹ ਬਾਕੀ ਪ੍ਰਜਾ ਨਹੀਂ ਸੀ ਮੰਨ ਸਕਦੀ। ਉਹ ਪੂਰਨ ਸਨ, ਉਹ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਸਨ। ਸੋ 6ਵੇਂ ਸਤਿਗੁਰੂ ਜੀ ਨੇ ਸੱਚ ਦੇ ਬਦਲੇ ਜਾਨ ਦੇਣ ਦੀ ਜਾਚ ਸਿੱਖਾਂ ਨੂੰ ਸਿਖਾਈ। ਹੋਰ ਕਿੰਨੇ ਕੁ ਸਿੱਖ ਸੀ ਜਿਹੜੇ ਇਸ ਤਰ੍ਹਾਂ ਤੱਤੀ ਤਵੀ 'ਤੇ ਬਹਿ ਸਕਦੇ, ਸੀਸ ਦੇ ਵਿੱਚ ਗਰਮ ਰੇਤ ਪਵਾ ਸਕਦੇ। ਤੋ 6ਵੇਂ ਗੁਰੂ ਸਾਹਿਬ ਜੀ ਨੇ ਫਿਰ ਇੱਥੋਂ ਇੱਕ ਮੋੜ ਲਿਆ, ਇੱਕ ਕਰਵਟ ਲਈ। ਸੋ 6ਵੇਂ ਸਤਿਗੁਰੂ ਜੀ ਨੇ ਸੱਚ ਦੇ ਬਦਲੇ ਜਾਨ ਦੇਣ ਦੀ ਜਾਚ ਸਿੱਖਾਂ ਨੂੰ ਸਿਖਾਈ। ਉਹਨਾਂ ਦਾ ਆਦਰਸ਼ ਸੀ ਸਿੱਖਾਂ ਨੂੰ ਮਰਨ ਜਾਚ ਸਿਖਾਉਣੀ, ਵੀ ਧਰਮ ਦੇ ਨਾਮ ਦੇ ਉੱਤੇ ਮਰਨਾ ਕਿਵੇਂ ਹੈ, ਸ਼ਹੀਦ ਕਿਵੇਂ ਹੋਣਾ। ਸਿੱਖ ਸ਼ਾਂਤ ਰਸੀਆ ਫਿਰਕਾ ਸੀ, ਸ਼ਾਂਤ, ਸਹਿਨਸ਼ੀਲ, ਦੁੱਖ ਸੁੱਖ ਝੱਲਣ ਵਾਲਾ, ਸੁਲਹ ਕੁਲ, ਪਰ ਉਪਕਾਰੀ। ਇਹ ਸਿੱਖ ਦੇ ਵਿੱਚ ਕੁਆਲਿਟੀਜ਼ ਨੇ, ਇਹ ਸਿੱਖ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਪਰ ਉਪਕਾਰੀ, ਫਕੀਰ ਹੋ ਕੇ ਗ੍ਰਿਸਤ ਦੇ ਵਿੱਚ ਰਹਿਣਾ, ਗ੍ਰਿਸਤੀ ਵੀ ਬਣਨਾ ਤਾਂ ਵੀ ਫਕੀਰ ਰਹਿਣਾ। ਬੀਵੀ ਬੱਚੇ, ਮਾਤਾ ਪਿਤਾ, ਘਰ ਪਰਿਵਾਰ, ਸਭ ਕੁਝ, ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਵਿੱਚ ਫਕੀਰ ਵਾਂਗੂ ਰਹਿਣਾ। ਇਹ ਸਮਝਣਾ ਵੀ ਮੇਰਾ ਅਸਲ ਵਿੱਚ ਕੋਈ ਨਹੀਂ ਆ, ਇਹ ਸਭ ਕੁਝ ਛੱਡ ਕੇ ਜਾਣਾ ਪੈਣਾ ਇੱਕ ਦਿਨ, ਇਹਦੇ ਵਿੱਚ ਮੋਹ ਨਾ ਪਾਉਣਾ। ਗ੍ਰਿਸਤ ਵਿਖੇ ਰਹਿ ਕੇ ਸਵਾਰਥੀ ਦੀ ਥਾਂ ਪਰਉਪਕਾਰੀ ਹੋਣਾ। ਰਹਿਣਾ ਵੀ ਗ੍ਰਿਸਤ ਦੇ ਵਿੱਚ
ਤੇ ਇਹ ਨਹੀਂ ਵੀ ਸਿਰਫ ਆਪਣੇ ਬਾਰੇ ਹੀ ਸੋਚੀ ਜਾਣਾ, ਦੂਸਰਿਆਂ ਦੇ ਬਾਰੇ ਵੀ ਸੋਚ ਵਿਚਾਰ ਕਰਨੀ, ਕੋਈ ਸੇਵਾ ਕਰਨੀ, ਭਲਾ ਕਰਨਾ। ਇਹ ਆਦਰਸ਼ ਇਨਸਾਨ ਨੂੰ ਸਿਖਾਏ ਗਏ ਸੀ ਤੇ ਉਹ ਸਿੱਖੇ ਹੋਏ ਸਿੱਖ ਸਦਾਉਂਦੇ ਸੀ। ਹੁਣ ਉਹਨਾਂ ਨੂੰ ਵੀਰ ਰਸ ਸਿਖਾਇਆ ਗਿਆ ਕਿ ਉਹ ਸ਼ਾਂਤ ਰਸ ਦੀ ਰੱਖਿਆ ਕਰੇ। ਸ਼ਾਂਤ ਰਸ ਵੀ ਹੋਵੇ। ਸ਼ਾਂਤ ਰਸ ਦੀ ਰੱਖਿਆ ਦੇ ਵਾਸਤੇ ਵੀਰ ਰਸ ਹੋਣਾ ਬੜਾ ਜ਼ਰੂਰੀ। ਜਦੋਂ ਅਸੀਂ ਪੜ੍ਹਦੇ ਹਾਂ ਨਾ ਜੀ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਔਰੰਗਜ਼ੇਬ ਦੇ ਜ਼ੁਲਮ, ਕੁਝ ਕੁ ਸਾਲ ਪਹਿਲਾਂ ਮੈਂ ਉਹ ਪਿਛਲੇ ਸਾਲ, ਕੁਝ ਕੁ ਸਾਲ ਪਹਿਲਾਂ ਨਹੀਂ, 2019 ਦੇ ਵਿੱਚ ਮੈਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਉਦੋਂ ਮੈਂ ਸੇਵਾ ਨਿਭਾਉਂਦਾ ਸਾਂ। ਉੱਥੇ ਸ਼ਾਮ ਦੇ ਸਮੇਂ ਰੋਜ਼ ਇਹ ਕਥਾ ਚੱਲਦੀ ਹੁੰਦੀ ਸੀ, ਔਰੰਗਜ਼ੇਬ ਦੇ ਜ਼ੁਲਮ। ਉਹਨੇ ਬੜੇ ਜ਼ੁਲਮ ਕੀਤੇ ਹਿੰਦੂ ਲੋਕਾਂ ਦੇ ਉੱਤੇ। ਜਿਹੜੇ ਪੰਡਤ ਇਤਿਆਦਿਕ ਸੀ ਉਹ ਡਰਦੇ ਮਾਰੇ ਉਹ ਆਪਣੀਆਂ ਮੂਰਤੀਆਂ ਇਤਿਆਦਿਕ ਮੰਦਰਾਂ ਦੇ ਵਿੱਚੋਂ ਚੁੱਕ ਕੇ ਕੱਛੇ ਮਾਰ ਕੇ ਅਤੇ ਲੁਕੋ ਕੇ ਆਪਣੇ ਘਰਾਂ ਦੇ ਵਿੱਚ ਜਾ ਲੁਕਦੇ ਸੀ। ਉਹਨਾਂ ਦੇ ਵਿੱਚ ਸਾਹ ਸੱਤ ਹੈ ਨਹੀਂ ਸੀ ਕਿ ਔਰੰਗਜ਼ੇਬ ਦਾ ਮੁਕਾਬਲਾ ਕਰ ਸਕਦੇ ਹੋਣ। ਉਹਨਾਂ ਦੀ ਜ਼ਮੀਰ ਮਰ ਚੁੱਕੀ ਸੀ। ਉਹ ਜਿਹੜੇ ਮਰਜ਼ੀ ਮੰਦਰ ਨੂੰ ਤੋੜ ਦਿੰਦਾ ਸੀ, ਲੁੱਟ ਲੈਂਦਾ ਸੀ। ਇਹ ਵਿਚਾਰੇ ਚੁੱਪ ਕਰਕੇ ਲੁਕ ਜਾਂਦੇ ਸੀ। ਭਾਵੇਂ ਇਹਨਾਂ ਦਾ ਜਿਹੜਾ ਸ਼ਾਂਤ ਰਸ ਸੀ ਉਹ ਲੁੱਟਿਆ ਜਾਂਦਾ ਸੀ। ਛੇਵੇਂ ਗੁਰੂ ਸਾਹਿਬ ਜੀ ਮਹਾਰਾਜ ਨੇ ਸਮਝਾਇਆ, ਗੁਰੂ ਦੇ ਸਿੱਖੋ, ਸ਼ਾਂਤ ਰਸ ਦੇ ਨਾਲ ਨਾਲ ਵੀਰ ਰਸ ਦਾ ਹੋਣਾ ਬੜਾ ਜ਼ਰੂਰੀ ਆ। ਤੁਹਾਡੇ ਵਿੱਚ ਜੋਸ਼ ਸੂਰਮਤਾਈ ਹੋਣੀ ਚਾਹੀਦੀ ਆ। ਤੁਸੀਂ ਇਸ ਯੋਗ ਹੋਵੋ ਕਿ ਆਪਣੀ ਰੱਖਿਆ ਆਪ ਕਰ ਸਕਦੇ ਹੋਵੋ, ਜ਼ਾਲਮ ਨੂੰ ਜ਼ਾਲਮ ਕਹਿ ਸਕਦੇ ਹੋਵੋ, ਜ਼ਾਲਮ ਨੂੰ ਜ਼ਾਲਮ ਕਹਿ ਸਕਦੇ ਹੋਵੋ। ਇਹ ਨਹੀਂ ਵੀ ਤੁਸੀਂ ਹਰ ਸਮੇਂ ਜਰੀ ਜਾਓ, ਸਹਿਣ ਹੀ ਕਰੀ ਜਾਓ ਅਤੇ ਜਿਹੜਾ ਜ਼ਾਲਮ ਆ ਉਹ ਤੁਹਾਡੇ ਉੱਤੇ ਜ਼ੁਲਮ ਹੀ ਕਰੀ ਜਾਵੇ। ਤੁਹਾਡੀ ਜ਼ਮੀਰ ਜਾਗਦੀ ਹੋਣੀ ਚਾਹੀਦੀ ਆ। ਵੀਰ ਰਸ ਕਰੋਧੀ ਹੋਣ, ਬਦਲੇ ਲੈਣ, ਕਤਲ, ਖੂਨ, ਗਾਰਤਗਰੀ ਦਾ ਨਾਮ ਨਹੀਂ ਹੈ। ਇਹਨੂੰ ਵੀਰ ਰਸ ਨਹੀਂ ਕਹਿੰਦੇ। ਕਰੋਧੀ ਹੋਣਾ, ਜਿਹੜਾ ਕਰੋਧ ਆ ਨਾ, ਇਹ ਸਾਧ ਸੰਗਤ ਜੀ ਇੱਕ ਵਿਕਾਰ ਆ। ਇਹਨਾਂ ਹਾਲਤਾਂ ਦਾ ਨਾਮ ਰੌਦਰ ਰਸ ਹੈ। ਵੀਰ ਰਸ ਦੀ ਨੀਂਹ ਉਤਸ਼ਾਹ ਹੁੰਦੀ ਆ। ਜਦੋਂ ਕਿਸੇ ਦੇ ਹਿਰਦੇ ਵਿੱਚ ਉਤਸ਼ਾਹ ਪੈਦਾ ਹੁੰਦਾ, ਉੱਥੇ ਫਿਰ ਗੁਰੂ ਪਿਆਰਿਓ ਵੀਰ ਰਸ ਪੈਦਾ ਹੁੰਦਾ ਹੈ। ਇਹ ਫਰਕ ਸਮਝਣਾ, ਵੀਰ ਰਸ ਦੇ ਵਿੱਚ ਅਤੇ ਕ੍ਰੋਧ ਦੇ ਵਿੱਚ ਫਰਕ ਆ। ਜਿਹੜਾ ਕ੍ਰੋਧ ਆ ਨਾ, ਉਹ ਸਾਡੇ ਸਰੀਰ ਦਾ ਬਹੁਤ ਨੁਕਸਾਨ ਕਰਦਾ। ਜਦੋਂ ਅਸੀਂ ਕ੍ਰੋਧੀ ਹੋ ਜਾਂਦੇ ਹਾਂ ਉਦੋਂ ਸਾਡਾ ਬਹੁਤ ਅੰਦਰੋਂ ਨੁਕਸਾਨ ਹੁੰਦਾ, ਜਿਹਦਾ ਸਾਨੂੰ ਪਤਾ ਨਹੀਂ ਚੱਲਦਾ। ਸਰੀਰ ਉੱਦਾਂ ਦਾ ਹੀ ਹੁੰਦਾ, ਬਹੁਤ ਨੁਕਸਾਨ ਹੁੰਦਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਜਿਹੜਾ ਕ੍ਰੋਧ ਆ ਨਾ, ਹੇ ਕਾਲ ਮੂਲ ਕ੍ਰੋਧੰ, ਕਲੇ, ਲੜਾਈ ਝਗੜਾ, ਇਹ ਕ੍ਰੋਧ ਦਾ ਮੂਲ ਆ। ਵੀਰ ਰਸ ਸਾਡੇ ਵਿੱਚ ਜ਼ਰੂਰ ਹੋਵੇ, ਕ੍ਰੋਧ ਨਾ ਹੋਵੇ। ਕ੍ਰੋਧੀ ਬੰਦਾ ਆਪ ਵੀ ਦੁਖੀ ਹੁੰਦਾ, ਹੋਰਨਾਂ ਨੂੰ ਵੀ ਦੁਖੀ ਕਰਦਾ। ਕ੍ਰੋਧੀ ਮਨੁੱਖ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ। ਕਈ ਲੋਕ ਇੰਨੇ ਜ਼ਿਆਦਾ ਕ੍ਰੋਧ ਵਿੱਚ ਆ ਜਾਂਦੇ ਆਪੇ ਮਰ ਜਾਂਦੇ ਨੇ। ਇੱਕ ਬੰਦਾ ਸੀ ਬਾਹਰਲੇ ਦੇਸ਼ ਵਿੱਚ, ਐਡਮਿੰਟਨ ਦੇ ਵਿੱਚ। ਉਹ ਕੀ ਕਰਦਾ ਸੀ ਵੀ ਪਹਿਲਾਂ ਤਾਂ ਕਿਸੇ ਨਾ ਕਿਸੇ ਨੂੰ ਛੇੜ ਲੈਂਦਾ ਸੀ। ਜੇ ਤਾਂ ਅਗਲਾ ਬੰਦਾ ਦੱਬ ਜਾਵੇ, ਠੀਕ ਆ ਵੀ ਮੈਂ ਇਹਨੂੰ ਦਬਾ ਲਿਆ। ਅਤੇ ਜੇ ਅੱਗਿਓਂ ਕਿਧਰੇ ਸ਼ੇਰ ਨੂੰ ਸਵਾ ਸ਼ੇਰ ਮਿਲ ਜਾਵੇ, ਜੇ ਅਗਲਾ ਬੰਦਾ ਥੋੜ੍ਹਾ ਬੜਕ ਵਾਲਾ ਹੋਵੇ, ਜੋਸ਼ ਵਾਲਾ ਹੋਵੇ,
ਫਿਰ ਉਹਨੇ ਕੁਝ ਸਮਾਂ ਤੇ ਉਹਦੇ ਨਾਲ ਬੋਲਦੇ ਰਹਿਣਾ, ਉੱਚੀ ਆਵਾਜ਼ ਵਿੱਚ ਬੋਲਦੇ ਰਹਿਣਾ। ਜਦੋਂ ਉਹਨੇ ਵੇਖਣਾ ਵੀ ਅਗਲਾ ਬੰਦਾ ਨਹੀਂ ਦੱਬਦਾ, ਫਿਰ ਉਹਨੇ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦੇਣੀ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਉਹਦੇ ਉੱਤੇ ਪ੍ਰਭਾਵ ਪਾ ਲਵਾਂ। ਜਦੋਂ ਅਗਲੇ ਬੰਦੇ ਨੇ ਭਾਵ ਅਗਲਾ ਬੰਦਾ ਇਹ ਪ੍ਰਭਾਵ ਕਬੂਲੇ ਵੀ ਇਹ ਜਿਹੜਾ ਮੇਰੇ ਨਾਲ ਲੜਾਈ ਝਗੜਾ ਕਰ ਰਿਹਾ ਤੇ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਫਿਰ ਉਹਨੇ ਅੰਗਰੇਜ਼ੀ ਬੋਲਣ ਲੱਗ ਜਾਣੀ। ਉਹ ਸਾਰੇ ਸ਼ਹਿਰ ਵਿੱਚ ਇਹ ਗੱਲ ਪ੍ਰਸਿੱਧ ਸੀ ਵੀ ਜਦੋਂ ਇਹ ਬੰਦਾ ਜ਼ਿਆਦਾ ਕਲਪ ਜਾਵੇ ਨਾ, ਜ਼ਿਆਦਾ ਦੁਖੀ ਹੋ ਜਾਵੇ, ਜਦੋਂ ਇਹਦੀ ਵਾਹ ਪੇਸ਼ ਨਾ ਚੱਲੇ, ਫਿਰ ਅੰਗਰੇਜ਼ੀ ਬੋਲਣ 'ਤੇ ਉਤਰ ਆਉਂਦਾ। ਜਦੋਂ ਤਾਂ ਵੀ ਉਹਦੀ ਕੋਈ ਗੱਲ ਨਾ ਬਣਦੀ, ਜਦੋਂ ਵੇਖਣਾ ਨਾ ਵੀ ਨਹੀਂ ਮੈਂ ਦਬਾ ਨਹੀਂ ਸਕਿਆ, ਫਿਰ ਉਹਦਾ ਸਰੀਰ ਹੀ ਕੰਬਣ ਲੱਗ ਜਾਣਾ। ਫਿਰ ਅਗਲੇ ਬੰਦੇ ਨੇ ਸੋਚਣਾ ਵੀ ਕਿਤੇ ਮੇਰੇ ਨਾਲ ਨਾ ਲੱਗਦਾ ਹੋਵੇ, ਇਹ ਕੰਬਣ ਲੱਗ ਪਿਆ, ਕਿਧਰੇ ਮਰ ਗਿਆ, ਕੋਈ ਇਹਨੂੰ ਹਾਰਟ ਅਟੈਕ ਹੋ ਗਿਆ, ਤੇ ਮੈਂ ਤਾਂ ਬੱਧਾ ਨਹੀਂ ਛੁੱਟਣਾ। ਅਗਲੇ ਬੰਦੇ ਨੇ ਫਿਰ ਪਾਸਾ ਵੱਟ ਜਾਣਾ। ਤੋ ਕਹਿਣ ਦਾ ਭਾਵ ਜਿਹੜਾ ਕ੍ਰੋਧ ਹੈ ਨਾ, ਉਹਨੇ ਕ੍ਰੋਧ ਵਿੱਚ ਆਪਣੇ ਆਪ ਨੂੰ ਤੋੜਨਾ, ਆਪਣਾ ਨੁਕਸਾਨ ਕਰਨਾ। ਜਿਹੜਾ ਕ੍ਰੋਧ ਹੈ ਮਨੁੱਖ ਦਾ ਨੁਕਸਾਨ ਕਰਦਾ। ਵੀਰ ਰਸ ਦਾ ਮਤਲਬ ਕ੍ਰੋਧ ਨਹੀਂ। ਵੀਰ ਰਸ ਕ੍ਰੋਧੀ ਹੋਣ, ਬਦਲੇ ਲੈਣ, ਕਤਲ, ਖੂਨ, ਗਾਰਤਗਰੀ ਦਾ ਨਾਮ ਨਹੀਂ ਹੈ। ਵੀਰ ਰਸ ਨਾਮ ਹੈ ਉਤਸ਼ਾਹ ਵਾਲੇ ਜੀਵਨ ਦਾ। ਭਾਵ ਲੋੜ ਪੈਣ ਦੇ ਉੱਤੇ ਦੁਸ਼ਮਣ ਨੂੰ ਵੱਢ ਵੀ ਦੇਣਾ ਤਾਂ ਵੀ ਕ੍ਰੋਧ 'ਚ ਨਹੀਂ ਆਉਣਾ। ਰਹਿਣਾ ਨੋਰਮਲ ਹੀ ਆ, ਇਹ ਨਹੀਂ ਵੀ ਤੁਹਾਡਾ ਆਪਣੇ ਆਪ ਦੇ ਉੱਤੇ ਕੰਟਰੋਲ ਹੀ ਨਾ ਰਹੇ, ਆਪਣੇ ਆਪ ਦੇ ਉੱਤੇ ਸਾਡਾ ਕੰਟਰੋਲ ਹੀ ਨਾ ਰਹੇ, ਇਸ ਤਰ੍ਹਾਂ ਨਹੀਂ। ਆ ਬਹੁਤ ਸਾਰੇ ਲੋਕ ਐਸੇ ਹੁੰਦੇ। ਇੱਕ ਦਿਨ ਇੱਕ ਨੌਜਵਾਨ ਮੁੰਡਾ ਸੀ ਸਾਡੇ ਆਪਣੇ ਪਰਿਵਾਰ 'ਚ, ਅਤੇ ਉਹ ਬਹੁਤ ਜ਼ਿਆਦਾ ਲੜਾਈ ਝਗੜਾ ਕ੍ਰੋਧ ਵਿੱਚ ਕਲਪ ਗਿਆ। ਫਿਰ ਉਹ ਆਪਣੇ ਵੱਸ ਤੋਂ ਬਾਹਰ ਹੋ ਗਿਆ। ਉਹਦੇ ਕੋਲੋਂ ਆਪਣੇ ਆਪ ਦੇ ਉੱਤੇ ਕੰਟਰੋਲ ਨਾ ਹੋਵੇ, ਉਹਦਾ ਸਾਹ ਬਹੁਤ ਤੇਜ਼ ਚੱਲਣ ਲੱਗ ਪਿਆ, ਦਿਲ ਦੀ ਧੜਕਣ ਬਹੁਤ ਵੱਧ ਗਈ, ਚਿਹਰੇ ਦਾ ਰੰਗ ਲਾਲ ਹੋ ਗਿਆ, ਕਲਪੀ ਜਾਵੇ। ਉਹਨੂੰ ਛੇਤੀ ਛੇਤੀ ਪਾਣੀ ਤੇ ਆਦਿਕ ਪਿਆਇਆ ਵੀ ਕਿਤੇ ਇਹਨੂੰ ਕੁਝ ਹੋ ਹੀ ਨਾ ਜਾਵੇ। ਕ੍ਰੋਧ ਵਿੱਚ ਆਪਣੇ ਆਪ ਦਾ ਨੁਕਸਾਨ ਕਰੀ ਜਾਣਾ। ਗੁਰੂ ਸਾਹਿਬ ਨੇ ਕ੍ਰੋਧ ਨਹੀਂ ਸਿਖਾਇਆ। ਗੁਰੂ ਸਾਹਿਬ ਜੀ ਨੇ ਸਿਖਾਇਆ ਵੀਰ ਰਸ ਨੇਕੀ ਲਈ, ਉਪਕਾਰ ਲਈ, ਪਰ ਦੇ ਭਲੇ ਲਈ, ਉਤਸ਼ਾਹ ਤੇ ਉਭਾਰ ਵਿੱਚ ਆ ਜਾਣਾ, ਕੋਈ ਚੰਗਾ ਕੰਮ ਕਰਨ ਵਾਸਤੇ, ਪਰ ਉਪਕਾਰ ਵਾਸਤੇ। ਇਹ ਉਤਸ਼ਾਹ ਦਾਨ ਦੀ ਸੂਰਤ ਪਕੜਦਾ ਹੈ। ਜਿਹੜਾ ਮਨੁੱਖ ਉਤਸ਼ਾਹੀ ਹੁੰਦਾ ਫਿਰ ਉਹ ਦਾਨੀ ਵੀ ਹੋ ਜਾਂਦਾ। ਦਾਨੀ ਵੀਰ ਰਸੀਆ ਕਹੀਦਾ ਹੈ। ਦਾਨੀ ਕਦੇ ਦਇਆ ਦੇ ਕੰਮਾਂ ਨਾਲ ਕਾਮਯਾਬ ਹੋ ਜਾਂਦਾ ਹੈ, ਪਰ ਕਦੇ ਉਸ ਨੂੰ ਆਪਾ ਵਾਰਨ ਦੀ ਲੋੜ ਪੈਂਦੀ ਹੈ। ਸੋ ਵੀਰ ਰਸੀਆ ਇਉਂ ਸੂਰਮ ਗਤੀ ਵਿੱਚ ਵੀ ਚਲਿਆ ਜਾਂਦਾ ਹੈ। ਇਹ ਆਦਰਸ਼ ਬਣ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਵੀਰ ਰਸੀਏ ਬਣਾਉਣ ਦਾ ਉਦਮ ਵੀ ਗੱਦੀ ਬੈਠਦੇ ਹੀ ਆਰੰਭ ਕਰ ਦਿੱਤਾ। ਇਹ ਆਦਰਸ਼ ਬਣ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਵੀਰ ਰਸੀਏ ਬਣਾਉਣ ਦਾ ਉਦਮ ਵੀ ਗੱਦੀ ਬੈਠਦੇ ਹੀ ਆਰੰਭ ਕਰ ਦਿੱਤਾ। ਤੋ ਗੁਰੂ ਸਾਹਿਬ ਜੀ ਨੇ ਸਾਨੂੰ ਵੀਰ ਰਸ ਸਿਖਾਇਆ ਹੈ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਇਤਿਹਾਸ ਵਿੱਚ ਇੱਥੇ ਜ਼ਿਕਰ ਆ ਜਾਵੇ। ਸਤਿਗੁਰੂ ਜੀ ਪਹਿਲਾਂ ਕਿਸੇ ਨੂੰ ਕੁਛ ਨਹੀਂ ਸੀ ਕਹਿੰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗਏ। ਉੱਥੇ ਸਤਲੁਜ ਦਰਿਆ ਵਗਦਾ। ਸਿੱਖਾਂ ਨੇ ਵੇਖਿਆ ਵੀ ਬੜਾ ਸੋਹਣਾ ਦਰਿਆ ਵਗ ਰਿਹਾ ਵਾ, ਬਹੁਤ ਨਿਰਮਲ ਜਲ ਉਸ ਦਾ, ਠੰਡੀਆਂ ਹਵਾਵਾਂ ਚੱਲ ਰਹੀਆਂ। ਅੱਜ ਵਾਂਗੂ ਸਭ ਕੁਝ ਪੋਲੂਟਡ ਨਹੀਂ ਸੀ। ਅੱਜ ਕੱਲ੍ਹ ਤਾਂ ਸਾਰੇ ਪਾਸੇ ਪ੍ਰਦੂਸ਼ਣ ਹੀ ਪ੍ਰਦੂਸ਼ਣ, ਬੁਰੇ ਹਾਲ ਹੋਏ ਪਏ ਆ। ਉਦੋਂ ਸਾਡਾ ਜਿਹੜਾ ਇਹ ਭਾਰਤ ਸੀ ਨਾ, ਇਹ ਵੀ ਬਾਹਰਲੇ ਦੇਸ਼ਾਂ ਵਰਗਾ ਹੁੰਦਾ ਸੀ। ਜਿਹੜੇ ਛੱਪੜ ਸੀ ਇੰਨੇ ਜ਼ਿਆਦਾ ਸਾਫ ਸੁਥਰੇ ਹੁੰਦੇ ਸੀ ਵੀ ਲੋਕ ਇਹਨਾਂ ਵਿੱਚ ਨਹਾਉਂਦੇ ਹੁੰਦੇ ਸੀ, ਮੱਝਾਂ ਨੂੰ ਨਵਾ ਲੈਣਾ। ਅੱਜ ਕੱਲ੍ਹ ਸਾਰੇ ਪਾਸੇ ਅਸੀਂ ਗੰਦਗੀ ਗੰਦਗੀ ਮਨੁੱਖ ਨੇ ਪੈਦਾ ਕਰ ਦਿੱਤੀ। ਰਹੋ ਵਿਚਾਰ, ਉਹ ਸਤਲੁਜ ਦਰਿਆ ਬਹੁਤ ਸੋਹਣਾ ਸਾਫ ਸੁਥਰਾ ਵਗ ਰਿਹਾ। ਸਿੱਖਾਂ ਨੇ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਆਸਣ ਲਾ ਦਿੱਤਾ, ਦੀਵਾਨ ਸੱਜ ਗਿਆ। ਉੱਥੇ ਇੱਕ ਬੰਦਾ ਆ ਗਿਆ,
ਉਹਦਾ ਨਾਂ ਸੀ ਭਗਵਾਨ ਦਾਸ ਘੇਰੜ। ਉਹ ਆ ਗਿਆ, ਉਹ ਗੁਰੂ ਸਾਹਿਬ ਜੀ ਦੇ ਨਾਲ ਐਵੇਂ ਆਣ ਕੇ ਪੰਗੇ ਲਈ ਜਾਵੇ। ਉਹ ਕਹਿਣ ਲੱਗਾ ਜੀ ਇੱਥੋਂ ਚੁੱਕੋ ਜੀ, ਆਪਣਾ ਆਸਣ ਚੁੱਕੋ, ਇੱਥੋਂ ਜਾਓ। ਸਿੱਖਾਂ ਨੇ ਕਿਹਾ ਵੀ ਅਸੀਂ ਇੱਥੇ ਕੋਈ ਪੱਕੀ ਮੱਲ ਥੋੜ੍ਹਾ ਮਾਰੀ ਆ, ਅਸੀਂ ਤਾਂ ਇੱਦਾਂ ਹੀ ਘੁੰਮਦੇ ਫਿਰਦੇ ਆ ਗਏ। ਇੱਥੇ ਕੁਝ ਸਮਾਂ ਅਸੀਂ ਦਰਿਆ ਦੇ ਕੰਢੇ 'ਤੇ ਬਹਿਣਾ, ਦੀਵਾਨ ਸਜਿਆ, ਸੰਗਤ ਆ ਰਹੀ ਆ, ਕਥਾ ਕੀਰਤਨ ਹੋ ਰਿਹਾ, ਸਮਾਪਤੀ ਕਰਕੇ ਤੇ ਵੰਡ ਕੇ ਕੜਾਹ ਪ੍ਰਸ਼ਾਦ ਅਸੀਂ ਗਾਂਹ ਚਲੇ ਜਾਣਾ। ਨਹੀਂ ਨਹੀਂ ਜੀ, ਇਹ ਮੇਰੀ ਜ਼ਮੀਨ ਆ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਕਈ ਬੰਦਿਆਂ ਨੂੰ ਆਪਣੀ ਜ਼ਮੀਨ ਦਾ ਹੰਕਾਰ ਹੁੰਦਾ। ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਪੈਲੀ ਵਿੱਚ ਕੌਣ ਪੈਰ ਪਾ ਸਕਦਾ। ਕਈਆਂ ਨੂੰ ਇਸ ਗੱਲ ਦਾ ਹੰਕਾਰ ਹੁੰਦਾ, ਉਹਨੂੰ ਇਸ ਗੱਲ ਦਾ ਹੰਕਾਰ ਸੀ, ਇਹ ਤਾਂ ਜੀ ਮੇਰੀ ਜ਼ਮੀਨ ਆ, ਇੱਥੇ ਤੁਸੀਂ ਕਿਹਨੂੰ ਪੁੱਛ ਕੇ ਆ ਗਏ। ਸਿੱਖਾਂ ਨੇ ਕਿਹਾ ਵੀ ਖਾਲੀ ਥਾਂ ਪਿਆ ਸੀ, ਅਸੀਂ ਦੀਵਾਨ ਲਾ ਲਿਆ, ਉਹ ਜੀ ਹਟਿਆ ਹੀ ਨਾ। ਉਹਦਾ ਜਿਹੜਾ ਪਾਰਾ ਸੀ ਹਾਈ ਹੁੰਦਾ ਗਿਆ। ਗੁਰੂ ਸਾਹਿਬ ਨੂੰ ਅਪਸ਼ਬਦ ਬੋਲਣ ਲੱਗ ਪਿਆ। ਕਿੱਥੋਂ ਆ ਜਾਂਦੇ ਵਿਹਲੇ, ਪਤਾ ਨਹੀਂ ਕਿੱਥੋਂ ਕਿੱਥੋਂ ਤੁਰੇ, ਅਪਸ਼ਬਦ ਬੋਲਣ ਲੱਗ ਪਿਆ। ਸਿੱਖਾਂ ਨੇ ਬਥੇਰਾ ਸਮਝਾਇਆ, ਇੱਦਾਂ ਨਹੀਂ ਕਹੀਦਾ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ, ਇਹ ਆਪਣੀ ਮੌਜ ਨਾਲ ਵਿਚਰਦੇ ਨੇ, ਇਹ ਪਰਉਪਕਾਰ ਕਰਦੇ ਨੇ, ਇਹ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਕਰਦੇ। ਇਹ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਤਾਂ ਕਰਕੇ ਭਾਈ ਕ੍ਰੋਧ ਵਿੱਚ ਨਾ ਐਵੇਂ ਸਾਡਾ ਸਮਾਂ ਖਰਾਬ ਕਰ, ਨਾ ਆਪਣਾ, ਜਾਂ ਗੁਰੂ ਦੀ ਸੰਗਤ 'ਚ ਬੈਠ ਕੇ ਕੋਈ ਗੁਰੂ ਸਾਹਿਬ ਜੀ ਦਾ ਜਸ ਕਰ। ਆ ਵੀ ਕੋਈ ਕੰਮ ਆ ਜਿਹੜਾ ਤੂੰ ਪੜ੍ਹਿਆ ਹੋਇਆ, ਗੁਰੂ ਦੀ ਨਿੰਦਿਆ ਕਰਦਾ ਹੈ। ਪਰ ਕਿੱਥੇ ਜੀ, ਉਹ ਪੱਥਰ ਵਰਗਾ ਸੀ। ਜਿਵੇਂ ਪੱਥਰ ਦੇ ਉੱਤੇ ਪਾਣੀ ਪਾਈਏ ਤਾਂ ਕੋਈ ਅਸਰ ਨਹੀਂ ਹੁੰਦਾ, ਪੱਥਰ ਨੂੰ ਭਾਵੇਂ 10 ਸਾਲ ਪਾਣੀ ਵਿੱਚ ਡੁਬੋ ਕੇ ਰੱਖੋ, ਬਾਅਦ 'ਚ ਉਹਨੂੰ ਕੱਢ ਕੇ ਅਤੇ ਤੋੜ ਕੇ ਵੇਖੋ, ਉਹਦੇ ਵਿੱਚੋਂ ਤਾਂ ਵੀ ਅੱਗ ਹੀ ਨਿਕਲਣੀ ਆ। ਕਈ ਲੋਕ ਪੱਥਰ ਵਰਗੇ ਹੁੰਦੇ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਉੱਦਾਂ ਹੀ ਰਹਿੰਦੇ ਸਾਰੀ ਜ਼ਿੰਦਗੀ, ਅੰਦਰੋਂ ਕ੍ਰੋਧ ਨਾਲ ਹੀ ਭਰੇ ਰਹਿੰਦੇ। ਉਹਨਾਂ ਨੇ ਪੱਥਰ ਵਾਂਗੂ ਆਪਣੇ ਆਪ ਨੂੰ ਬੰਦ ਕੀਤਾ ਹੁੰਦਾ। ਕੱਲ੍ਹ ਇੱਕ ਬਚਨ ਆ ਰਿਹਾ ਸੀ, ਜਿਹੜੀ ਇੱਥੇ ਰਿਕਾਰਡਡ ਕਥਾ ਪਲੇ ਹੋ ਰਹੀ ਸੀ ਨਾ, ਉਹਦੇ ਵਿੱਚ ਇੱਕ ਐਗਜ਼ਾਮਪਲ ਆਈ ਸੀ, ਕਿਸੇ ਰੱਬ ਦੇ ਪਿਆਰੇ ਨੇ ਲਿਖੀ, ਇੱਕ ਬਿੱਲੀ ਦੀ ਉਦਾਹਰਨ। ਉਹ ਕਹਿੰਦੇ ਵੀ ਇੱਕ ਤਾਂ ਬਿੱਲੀ ਹੁੰਦੀ ਆ ਜਿਹੜੀ ਸੁਨਿਆਰਿਆਂ ਦੇ ਘਰ ਵਿੱਚ ਹੁੰਦੀ ਆ, ਜਿੱਥੇ ਕੋਈ ਖੜਕਾ ਨਹੀਂ। ਉਹਨਾਂ ਨੇ ਜਿਹੜਾ ਥੋੜ੍ਹਾ ਬਾਹਲਾ ਕੰਮ ਕਰਨਾ, ਗਹਿਣੇ ਆਦਿਕ ਦਾ ਘੜਨ ਦਾ, ਉਹ ਮਾੜਾ ਮੋਟਾ ਟਿਕ ਕਰਕੇ ਥੋੜ੍ਹਾ ਬਾਹਲਾ ਉਹ ਜਾਂ ਤਾਂ ਦੁਕਾਨ 'ਤੇ ਕਰ ਆਉਣਾ ਵਾ, ਜੇ ਘਰੇ ਵੀ ਕਾਰਖਾਨਾ ਹੋਏਗਾ ਤਾਂ ਹੌਲੀ ਹੌਲੀ ਉਹਨਾਂ ਨੇ ਕੰਮ ਕਰਨਾ। ਨਿੱਕੀ ਜਿਹੀ ਥੋੜੀ ਹੁੰਦੀ ਆ, ਅਤੇ ਗਹਿਣਿਆਂ ਨੂੰ ਬਹੁਤ ਸੂਖਮ ਤਰੀਕੇ ਦੇ ਨਾਲ, ਬੜੇ ਮਾਈਕਰੋ ਤਰੀਕੇ ਦੇ ਨਾਲ ਉਹਨਾਂ ਨੂੰ ਸ਼ੇਪ ਦੇਣੀ, ਗਹਿਣਿਆਂ ਦੇ ਉੱਤੇ ਫੁੱਲ ਬੂਟੀਆਂ ਬਣਾਉਣੀਆਂ, ਬਹੁਤ ਸੂਖਮ ਕੰਮ ਆ। ਉਹਦੇ ਵਾਸਤੇ ਵੱਡੇ ਹਥੌੜੇ ਦੀ ਲੋੜ ਨਹੀਂ ਹੈ, ਠੱਕ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ। ਇੱਕ ਬਿੱਲੀ ਤੇ ਰਹਿੰਦੀ ਸੁਨਿਆਰਿਆਂ ਦੇ ਘਰ, ਉਹਨੇ ਕਦੀ ਉੱਚੀ ਆਵਾਜ਼ ਵਿੱਚ ਖੜਾਕ ਸੁਣਿਆ ਹੀ ਨਹੀਂ। ਉਹਦਾ ਵੀ ਉਸ ਤਰ੍ਹਾਂ ਦਾ ਹੀ ਰਹਿਣ ਸਹਿਣ ਆ, ਜਰਾ ਜਿੰਨਾ ਵੀ ਖੜਾਕ ਹੋਵੇ ਉਸ ਵੇਲੇ ਤਰਪਕ ਜਾਂਦੀ ਵੀ ਇਹ ਖੜਾਕ ਕਾਹਦਾ ਹੋ ਗਿਆ। ਇੱਕ ਬਿੱਲੀ ਹੁੰਦੀ ਆ ਜਿਹੜੀ ਰਹਿੰਦੀ ਆ ਠਠਿਆਰਿਆਂ ਦੇ ਘਰ। ਠਠਿਆਰ ਕਿਹਨੂੰ ਕਹਿੰਦੇ? ਭਾਂਡੇ ਬਣਾਉਣ ਵਾਲੇ, ਜਿਹੜੇ ਭਾਂਡੇ ਬਣਾਉਂਦੇ ਆ। ਉਹਨਾਂ ਨੇ ਤਾਂ ਜੀ ਲੋਹੇ ਨੂੰ ਕੱਟਣਾ ਵੱਢਣਾ ਵੀ ਹੁੰਦਾ, ਉਹਨਾਂ ਨੇ ਤਾਂ ਜ਼ੋਰ ਨਾਲ ਥੋੜੇ ਮਾਰਨੇ ਹੁੰਦੇ ਆ, ਭਾਂਡਿਆਂ ਨੂੰ ਸ਼ੇਪ ਵੀ ਦੇਣੀ ਹੁੰਦੀ, ਉਹ ਤਾਂ ਬਹੁਤ ਜ਼ਿਆਦਾ ਖੜਾਕ ਹੁੰਦਾ। ਤਾਂ ਕਰਕੇ ਜਿਹੜੀ ਉਹ ਠਠਿਆਰਾਂ ਦੀ ਬਿੱਲੀ ਆ ਨਾ, ਉਹ ਵੀ ਉੱਦਾਂ ਦੀ ਢੀਠ ਜਿਹੀ ਹੋ ਜਾਂਦੀ ਆ। ਲਾਗੇ ਜਿੰਨੇ ਮਰਜ਼ੀ ਪੀਪੇ ਖੜਕਦੇ ਰਹਿਣ, ਵੱਢਦੇ ਰਹਿਣ, ਜਿੰਨਾ ਮਰਜ਼ੀ ਖੜਾਕ ਕਰਦੇ ਰਹਿਣ, ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਉਹਦੀ ਆਦਤ ਹੀ ਇੱਦਾਂ ਦੀ ਬਣ ਜਾਂਦੀ ਆ। ਜਿਹੜੇ ਲੋਕ ਜ਼ਿਆਦਾ ਖੜਕੇ ਖੜਾਕ ਵਿੱਚ ਕੰਮ ਕਰਨ ਵਾਲੇ ਨੇ ਨਾ, ਉਹਨਾਂ ਦੀ ਆਦਤ ਬਣ ਜਾਂਦੀ ਜਿੰਨਾ ਮਰਜ਼ੀ ਲਾਗੇ ਰੌਲਾ ਪਈ ਜਾਵੇ। ਜਿਨ੍ਹਾਂ ਲੋਕਾਂ ਦੇ ਘਰ ਰੇਲਵੇ ਸਟੇਸ਼ਨ ਦੇ ਲਾਗੇ ਹੁੰਦੇ ਆ, ਜਾਂ ਰੇਲ ਗੱਡੀ ਦੀ ਲਾਈਨ ਜਿਨ੍ਹਾਂ ਦੇ ਘਰ ਲਾਗੋਂ ਦੀ ਲੰਘਦੀ ਹੋਵੇ, ਉਹਨਾਂ ਦੀ ਆਦਤ ਇੱਦਾਂ ਦੀ ਬਣ ਜਾਂਦੀ ਜਿੰਨੀਆਂ ਮਰਜ਼ੀ ਗੱਡੀਆਂ ਲੰਘੀ ਜਾਣ, ਹਾਰਨ ਵੱਜੀ ਜਾਣ, ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਉਹਨਾਂ ਨੂੰ ਲੱਗਦਾ ਜਿਵੇਂ ਕੋਈ ਖੜਾਕ ਨਹੀਂ ਹੋ ਰਿਹਾ। ਤੋ ਇਸ ਤਰੀਕੇ ਦੇ ਨਾਲ ਇੱਕ ਤਾਂ ਹੈਗੀ ਆ ਸੁਨਿਆਰਿਆਂ ਦੀ ਬਿੱਲੀ, ਜਿਹਦੇ ਲਾਗੇ ਮਾੜਾ ਜਿੰਨਾ ਖੜਾਕ ਹੋਵੇ ਉਸੇ ਵੇਲੇ ਉੱਠ ਕੇ ਬਹਿ ਜਾਂਦੀ ਵੀ ਖੜਾਕ ਕਾਹਦਾ। ਇੱਕ ਹੈਗੀ ਠਠਿਆਰਿਆਂ ਦੀ, ਜਿਹਦੇ ਲਾਗੇ ਭਾਵੇਂ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਕੋਈ ਅਸਰ ਨਹੀਂ ਹੁੰਦਾ। ਰੱਬ ਦੇ ਪਿਆਰੇ ਸਮਝਾਉਂਦੇ ਆ ਵੀ ਕਿਤੇ ਅਸੀਂ ਠਠਿਆਰਾਂ ਦੀ ਬਿੱਲੀ ਵਰਗੇ ਤਾਂ ਨਹੀਂ ਬਣ ਗਏ, ਕਿਤੇ ਅਸੀਂ ਉੱਦਾਂ ਦੇ ਤਾਂ ਨਹੀਂ ਹੋ ਗਏ ਜਿਨ੍ਹਾਂ ਲੋਕਾਂ ਦਾ ਘਰ ਰੇਲਵੇ ਸਟੇਸ਼ਨ ਦੇ ਲਾਗੇ ਹੋਵੇ, ਜਿਨ੍ਹਾਂ ਲੋਕਾਂ ਦੇ ਐਨ ਬੂਹੇ ਦੇ ਅੱਗਿਓਂ ਦੀ ਰੇਲ ਗੱਡੀ ਦੀ ਲਾਈਨ ਲੰਘਦੀ ਹੋਵੇ, ਜਿੰਨਾ ਮਰਜ਼ੀ ਖੜਾਕ ਹੋਈ ਜਾਵੇ ਸਾਡੇ ਉੱਤੇ ਅਸਰ ਹੀ ਕੋਈ ਨਹੀਂ।
ਕਿਤੇ ਅਸੀਂ ਇੱਦਾਂ ਦੇ ਤਾਂ ਨਹੀਂ ਹੋ ਗਏ ਵੀ ਜਿੰਨੀਆਂ ਮਰਜ਼ੀ ਸਾਖੀਆਂ ਪ੍ਰਮਾਣ ਕਥਾ ਵਿਚਾਰ ਹੋਈ ਜਾਵੇ ਸਾਡੇ 'ਤੇ ਅਸਰ ਹੀ ਕੋਈ ਨਹੀਂ ਹੁੰਦਾ। ਅਸੀਂ ਸੁੱਤੇ ਹੀ ਰਹਿੰਦੇ ਅੰਦਰੋਂ, ਜਿਵੇਂ ਜਿਹੜਾ ਪੱਥਰ ਆ ਉਹ ਵਿਚਾਰ ਸਾਧ ਸੰਗਤ ਜੀ। ਸਮਾਪਤੀ ਵੱਲ ਵਧੀਏ ਤਾਂ ਗੁਰੂ ਪਿਆਰਿਓ ਇਸ ਤਰੀਕੇ ਦੇ ਨਾਲ ਜਿਹੜਾ ਭਗਵਾਨ ਦਾਸ ਘੇਰੜ ਸੀ ਉਹਨੂੰ ਸਿੱਖਾਂ ਨੇ ਬਥੇਰਾ ਸਮਝਾਇਆ, ਉਹ ਨਾ ਗੁਰੂ ਸਾਹਿਬ ਜੀ ਮਹਾਰਾਜ ਦੀ ਨਿੰਦਿਆ ਕਰੋ, ਹਟਿਆ ਹੀ ਨਾ। ਫਿਰ ਸਿੱਖਾਂ ਨੇ ਵੱਢ ਕੇ ਸਤਲੁਜ ਦਰਿਆ 'ਚ ਹੀ ਰੋੜ ਦਿੱਤਾ। ਜਾਂ ਤੇਰਾ ਹੁਣ ਇਹੋ ਹੀ ਹਾਲ ਆ, ਸਤਲੁਜ ਦਰਿਆ 'ਚ ਰੋੜ ਦਿੱਤਾ। ਹੌਲੀ ਹੌਲੀ ਸਾਰੇ ਪਿੰਡ 'ਚ ਖਬਰ ਫੈਲ ਗਈ ਵੀ ਸਿੱਖਾਂ ਨੇ ਭਗਵਾਨ ਦਾਸ ਘੇਰੜ ਨੂੰ ਵੱਢ ਦਿੱਤਾ ਵਾ। ਫਿਰ ਉਹਦਾ ਮੁੰਡਾ ਆ ਗਿਆ, ਉਹ ਕਹਿੰਦਾ ਮੇਰੇ ਪਿਤਾ ਜੀ ਨੂੰ ਕਿਹਨੇ ਵੱਢਿਆ? ਸਿੱਖਾਂ ਨੇ ਕਿਹਾ ਜੀ ਵੱਢਿਆ ਤਾਂ ਅਸੀਂ ਹਾਂ, ਪਰ ਉਹਦੀ ਗਲਤੀ ਸੀ, ਉਹ ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ, ਹਟਦਾ ਨਹੀਂ ਸੀ। ਫਿਰ ਉਹ ਗੁਰੂ ਦੇ ਸਿੱਖਾਂ ਨਾਲ ਜੰਗ ਯੁੱਧ ਕਰਨ ਦੇ ਵਾਸਤੇ ਹੋਰ ਵਿਰੋਧੀਆਂ ਦੇ ਨੂੰ ਨਾਲ ਲੈ ਕੇ ਜੰਗ ਯੁੱਧ ਕਰਨ ਦੇ ਵਾਸਤੇ ਤਿਆਰ ਹੋ ਗਿਆ। ਤੋ ਕਹਿਣ ਦਾ ਭਾਵ ਆ ਵੀ ਉਹਨੂੰ ਵੱਢ ਕੇ ਦਰਿਆ ਵਿੱਚ ਸੁੱਟ ਵੀ ਦਿੱਤਾ, ਪਰ ਤਾਂ ਵੀ ਇਸ ਤਰ੍ਹਾਂ ਨੇ ਜਿਵੇਂ ਨੋਰਮਲ ਹੀ ਆ ਸਿੱਖ, ਜਿੱਦਾਂ ਕੁਛ ਵੀ ਨਾ ਹੋਇਆ ਹੋਵੇ, ਹਟਦਾ ਨਹੀਂ ਸੀ, ਤਾਂ ਕਰਕੇ ਵੱਢਿਆ। ਸ਼ਾਂਤੀ ਵਿੱਚ ਖਲਲ ਪਾਉਂਦਾ ਸੀ, ਸ਼ਾਂਤ ਰਸ ਦੇ ਵਿੱਚ ਖਲਲ ਪਾਉਂਦਾ ਸੀ। ਨਾਮ ਨਹੀਂ ਸੀ ਜਪਣ ਦਿੰਦਾ, ਬਾਣੀ ਨਹੀਂ ਸੀ ਪੜ੍ਹਨ ਦਿੰਦਾ, ਦੀਵਾਨ ਨਹੀਂ ਸੀ ਸਜਾਉਣ ਦਿੰਦਾ, ਤਾਂ ਕਰਕੇ ਸਿੱਖਾਂ ਨੇ ਵੱਢਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਤੁਹਾਡੇ ਵਿੱਚ ਇਸ ਤਰੀਕੇ ਨਾਲ ਵੀਰ ਰਸ ਵੀ ਹੋਣਾ ਚਾਹੀਦਾ ਵਾ, ਜਿਹੜਾ ਸ਼ਾਂਤ ਰਸ ਦੀ ਰੱਖਿਆ ਕਰ ਸਕਦਾ ਹੋਵੇ।